ਚਾਹ ਵੀ ਵੇਚਣੀ ਹੈ, ਪੈਸੇ ਵੀ ਕਮਾਣੇ ਆ, ਇਹ ਫਿਰ ਕਿਵੇਂ ਗੁਜ਼ਾਰਾ ਚੱਲਦਾ ਹੈ? ਕਿਉਂਕਿ ਮਹਿੰਗਾਈ ਬਹੁਤ ਹੈਗੀ ਹੈ, ਕਿਵੇਂ ਸਾਰਾ ਖਰਚਾ ਕਿੱਥੋਂ ਕੱਢਦੇ ਹੋ ਤੁਸੀਂ? ਖਰਚਾ ਤਾਂ ਸਾਰਾ ਇੱਧਰੋਂ ਹੀ ਹੁੰਦਾ ਹੈ ਕਿਉਂਕਿ ਸਾਡਾ ਹੁਣ ਘਰ ਵੀ ਰੈਂਟ ਤੇ ਹੈ ਤੇ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਸੀਵਰੇਜ ਦਾ ਬਿੱਲ ਸਾਰਾ ਕੁਝ ਦੇਣਾ ਹੁੰਦਾ ਹੈ ਤੇ ਜਿੰਨਾ ਕੁ ਅਸੀਂ ਕਮਾਉਂਦੇ ਆ ਉਹ ਤਾਂ ਸਾਰਾ ਇਸੇ 'ਚ ਲੱਗ ਜਾਂਦਾ ਹੈ। ਮੈਨੂੰ ਇਹ ਸ਼ੌਕ ਹੈ ਕਿ ਮੈਂ ਖੁਦ ਦਾ ਇੰਨਾ ਕੁਝ ਕਰਾਂ, ਸਟੈਂਡ ਹੋਵਾਂ ਤਾਂ ਜੋ ਮੈਂ ਆਪਣਾ ਸਾਰਾ ਕੁਝ ਕਰ ਸਕਾਂ, ਆਪਣਾ ਕਰ ਲਵਾਂ ਤੇ ਵਧੀਆ ਮੰਮੀ ਵੀ ਰਹਿਣ। ਮੰਮੀ ਮਤਲਬ ਜਿਵੇਂ ਹੁਣ ਇੱਧਰ ਉੱਧਰ ਧੱਕੇ ਖਾਣੇ ਪੈਂਦੇ ਆ ਕੁਝ ਵੀ, ਮੈਂ ਮੰਮੀ ਨੂੰ ਆਰਾਮ ਨਾਲ ਬਹਿ ਕੇ ਸਾਰਾ ਕੁਝ ਕਰਾਂ, ਮੰਮੀ ਨੂੰ ਕੋਈ ਕੰਮ ਕਰਨ ਦੀ ਲੋੜ ਨਾ ਪਵੇ। ਪ੍ਰੈਕਟਿਸ ਜਿਹੜੇ ਕਰਦੇ ਹੋ ਕਿੰਨੇ ਘੰਟੇ ਰੋਜ਼ ਪ੍ਰੈਕਟਿਸ ਕਰਨੀ ਪੈਂਦੀ? 3 ਤੋਂ 4.5 ਮੈਂ ਪ੍ਰੈਕਟਿਸ ਕਰਦੀ ਆ ਅਕੈਡਮੀ 'ਚ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ। ਤਾਂ ਅੱਜ ਜਿਸ ਬੱਚੀ ਦੀ ਕਹਾਣੀ ਤੁਹਾਨੂੰ ਅਸੀਂ ਦਿਖਾਈ ਹੈ ਉਹ ਬਠਿੰਡਾ ਦੀ ਹੈ। ਨਿਸ਼ਾ ਉਹਦਾ ਨਾਮ ਹੈ ਤੇ ਟਾਈਕਵਾਂਡੋ ਦੀ ਨੈਸ਼ਨਲ ਪਲੇਅਰ ਹੈ। ਰੋਜ਼ ਸਵੇਰੇ ਚਾਹ ਦੀ ਰੇੜੀ ਤੇ ਪਹੁੰਚਦੀ ਹੈ, ਸ਼ਾਮ ਤੱਕ ਚਾਹ ਵੇਚਦੀ ਹੈ, ਉਸ ਤੋਂ ਬਾਅਦ ਸ਼ਾਮ ਨੂੰ ਆਪਣੀ ਪ੍ਰੈਕਟਿਸ ਕਰਨ ਜਾਂਦੀ ਹੈ। ਪਰ ਹਾਲਤ ਇਹ ਹੈ ਕਿ ਸਰਕਾਰ ਵੱਲੋਂ ਐਸੀ ਬੱਚਿਆਂ ਨੂੰ ਪ੍ਰਫੁੱਲਤ ਕਰਨ ਵਾਸਤੇ, ਹੌਸਲਾ ਅਫਜ਼ਾਈ ਕਰਨ ਵਾਸਤੇ ਕੋਈ ਵੀ ਉਪਰਾਲੇ ਨਹੀਂ ਕੀਤੇ ਜਾਂਦੇ। ਤਾਂ ਫਿਲਹਾਲ ਜਿਸ ਜਗ੍ਹਾ ਤੇ ਮੈਂ ਬੈਠਾ ਇਹ ਨਿਸ਼ਾ ਦੀ ਰੇੜੀ ਹੈਗੀ ਹੈ ਜਿੱਥੇ ਚਾਹ ਵੇਚਦੀ ਹੈ। ਉਹਦੇ ਮਾਤਾ ਜੀ ਵੀ ਨਾਲ ਨੇ, ਮੇਰੇ ਨਾਲ ਨਿਸ਼ਾ ਵੀ ਹੈਗੀ, ਤੁਹਾਨੂੰ ਦਿਖਾ ਦਈਏ। ਇਹ ਬੱਚੀ ਰੋਜ਼ ਚਾਹ ਵੇਚ ਕੇ ਆਪਣੇ ਪਰਿਵਾਰ ਦੇ ਨਾਲ ਇੱਥੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ। ਪਿਤਾ ਦਾ ਸਾਇਆ ਸਿਰ ਤੇ ਨਹੀਂ ਹੈਗਾ ਪਰ ਫਿਰ ਵੀ ਟਾਈਕਵਾਂਡੋ ਦੀ ਨੈਸ਼ਨਲ ਪਲੇਅਰ ਹੈਗੀ ਹੈ। ਨਿਸ਼ਾ, ਟਾਈਕਵਾਂਡੋ ਕਦੋਂ ਜੁਆਇਨ ਕੀਤੀ ਤੁਸੀਂ? ਮੈਨੂੰ 5 ਸਾਲ ਹੋ ਗਏ ਟਾਈਕਵਾਂਡੋ ਕਰਦੀ ਨੂੰ ਤੇ ਉਸ ਟਾਈਕਵਾਂਡੋ ਜੁਆਇਨ ਕਰਨ ਤੋਂ ਬਾਅਦ ਮੈਂ ਕਾਫੀ ਟੂਰਨਾਮੈਂਟ ਖੇਡੇ ਆ, ਨੈਸ਼ਨਲ ਵੀ ਖੇਡਣ ਗਈ ਆ, ਡਿਸਟ੍ਰਿਕਟ, ਸਟੇਟ, ਬਹੁਤ TFI ਵੀ ਖੇਡੀ ਹੋਈ ਆ ਮੈਂ। ਤੇ ਸਾਡੇ ਕੋਚ ਸੰਜੀਵ ਕੁਮਾਰ ਸਰ ਨੇ ਉਹ ਫ੍ਰੀ ਆਫ ਕੋਸਟ ਸਾਨੂੰ ਗੇਮ ਸਿਖਾਉਂਦੇ ਨੇ ਤੇ ਜਦੋਂ ਕੋਈ ਟੂਰਨਾਮੈਂਟ ਹੁੰਦਾ, ਕਈ ਵਾਰੀ ਜੇ ਪੈਸੇ ਨਹੀਂ ਵੀ ਹੁੰਦੇ ਸਰ ਵੈਸੇ ਹੀ ਸਾਨੂੰ ਖਿਡਾ ਦਿੰਦੇ ਆ ਤੇ ਉਸ ਤੋਂ ਬਾਅਦ 'ਚ ਵੀ ਪੈਸੇ ਦੇ ਦਈਏ ਜਾਂ ਫਿਰ ਕਈ ਵਾਰੀ ਘੱਟ ਵੱਧ ਵੀ ਕਰ ਦਿੰਦੇ ਨੇ। ਜਿਸ ਰੇੜੀ ਤੇ ਅਸੀਂ ਖੜੇ ਹਾਂ ਇੱਥੇ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਚਾਹ ਵੇਚਦੇ ਹੋ? ਮੈਂ ਸਵੇਰੇ 7 ਵਜੇ ਆਉਂਦੀ ਹਾਂ, ਫਿਰ ਉਸ ਤੋਂ ਬਾਅਦ 3 ਵਜੇ ਮੈਨੂੰ ਅਕੈਡਮੀ ਜਾਣਾ ਹੁੰਦਾ ਹੈ। ਪਹਿਲਾਂ ਤਾਂ ਸਾਡੀ ਪ੍ਰੈਕਟਿਸ ਰੇਲਵੇ ਗਰਾਊਂਡ 'ਚ ਲੱਗਦੀ ਸੀ, ਫਿਰ ਹੁਣ ਸਰ ਨੇ ਅਕੈਡਮੀ ਲੈ ਲਈ ਤੇ ਹੁਣ ਉੱਧਰ ਜਾਣਾ ਹੁੰਦਾ, ਦਾਦੀ ਪੋਤੀ ਪਾਰਕ ਦੇ ਸਾਹਮਣੇ ਹੈ। ਫਿਰ ਉਸ ਤੋਂ ਬਾਅਦ 3 ਵਜੇ ਤੋਂ 4:30 ਮੇਰੀ ਆਪਦੀ ਪ੍ਰੈਕਟਿਸ ਹੁੰਦੀ ਹੈ, ਫਿਰ 5 ਵਜੇ ਮੈਂ ਇੱਧਰ ਆ ਜਾਂਦੀ ਹਾਂ, ਫਿਰ ਉਸ ਤੋਂ ਬਾਅਦ 9:30 10 ਵਜੇ ਅਸੀਂ ਘਰੇ ਜਾਂਦੇ ਹਾਂ। ਬੜੀ ਜ਼ਿੰਮੇਵਾਰੀ ਬਹੁਤ ਵੱਡੀ ਹੈਗੀ ਹੈ ਤੁਹਾਡੇ ਉੱਤੇ, ਪਰਿਵਾਰ ਵੀ, ਤੁਹਾਡੇ ਮਾਤਾ ਜੀ ਨਾਲ ਹੈ, ਇੱਥੇ ਚਾਹ ਵੀ ਵੇਚਣੀ ਹੈ, ਪੈਸੇ ਵੀ ਕਮਾਣੇ ਆ, ਇਹ ਫਿਰ ਕਿਵੇਂ ਗੁਜ਼ਾਰਾ ਚੱਲਦਾ ਹੈ? ਕਿਉਂਕਿ ਮਹਿੰਗਾਈ ਬਹੁਤ ਹੈਗੀ ਹੈ, ਇਹ ਕਿਵੇਂ ਸਾਰਾ ਖਰਚਾ ਕਿੱਥੋਂ ਕੱਢਦੇ ਹੋ ਤੁਸੀਂ? ਖਰਚਾ ਤਾਂ ਸਾਰਾ ਇੱਧਰੋਂ ਹੀ ਹੁੰਦਾ ਹੈ ਕਿਉਂਕਿ ਸਾਡਾ ਹੁਣ ਘਰ ਵੀ ਰੈਂਟ ਤੇ ਹੈ ਤੇ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਸੀਵਰੇਜ ਦਾ ਬਿੱਲ ਸਾਰਾ ਕੁਝ ਦੇਣਾ ਹੁੰਦਾ ਤੇ ਜਿੰਨਾ ਕੁ ਅਸੀਂ ਕਮਾਉਂਦੇ ਆ ਉਹ ਤਾਂ ਸਾਰਾ ਇਸੇ 'ਚ ਲੱਗ ਜਾਂਦਾ ਤੇ ਬਾਕੀ ਖਾਣਾ ਪੀਣਾ ਤਾਂ ਰੋਜ਼ ਦਾ ਚੱਲ ਹੀ ਰਿਹਾ ਤੇ ਹੋਰ ਇੰਨਾ ਕੁ ਆਪਣਾ ਕੁਛ ਨਹੀਂ ਹੈ ਵੀ ਮਤਲਬ ਇੰਨਾ ਮੈਨੂੰ ਇਹ ਸ਼ੌਕ ਹੈ ਕਿ ਮੈਂ ਖੁਦ ਦਾ ਇੰਨਾ ਕੁਝ ਕਰਾਂ, ਸਟੈਂਡ ਹੋਵਾਂ ਤਾਂ ਜੋ ਮੈਂ ਆਪਣਾ ਸਾਰਾ ਕੁਝ ਕਰ ਸਕਾਂ, ਆਪਣਾ ਕਰ ਲਵਾਂ ਤੇ ਵਧੀਆ ਮੰਮੀ ਵੀ ਰਹਿਣ ਤੇ ਬਾਕੀ ਸਾਰਾ ਕੁਝ ਐਵੇਂ ਹੈ ਕਿ ਮੰਮੀ ਮਤਲਬ ਜਿਵੇਂ ਹੁਣ ਇੱਧਰ ਉੱਧਰ ਧੱਕੇ ਖਾਣੇ ਪੈਂਦੇ ਆ ਕੁਝ ਵੀ, ਮੈਂ ਮੰਮੀ ਨੂੰ ਆਰਾਮ ਨਾਲ ਬਹਿ ਕੇ ਸਾਰਾ ਕੁਝ ਕਰਾਂ, ਮੰਮੀ ਨੂੰ ਕੋਈ ਕੰਮ ਕਰਨ ਦੀ ਲੋੜ ਨਾ ਪਵੇ। ਤੇ ਕਿੰਨੇ ਸਟੇਟ ਮੁਕਾਬਲੇ ਖੇਡੇ? ਸਟੇਟ, ਨੈਸ਼ਨਲ ਮੈਂ ਇੱਕ ਪਕਵਾਂਡੋ ਦੀ ਖੇਡੀ ਹੈ ਤੇ ਇੱਕ ਜਲੰਧਰ ਗਏ ਸੀ ਅਸੀਂ ਓਲੰਪਿਕ ਦੀ ਤੇ ਉਸ ਤੋਂ ਪਹਿਲਾਂ ਮੈਂ ਹੁਸ਼ਿਆਰਪੁਰ ਵੀ ਗਈ ਸੀ ਸਟੇਟ ਖੇਡਣ TFI ਦੀ। ਮੈਡਲ ਸਿਲਵਰ ਮੈਡਲ ਹੈ ਤੇ ਬ੍ਰੌਂਜ਼ ਮੈਡਲ ਹੈ, ਹੋਰ ਵੀ 골ਡ ਮੈਡਲ ਵੀ ਹੈਗੇ। ਹਾਂਜੀ, ਸਭ ਤੋਂ ਪਹਿਲਾਂ 골ਡ ਤਾਂ ਇੱਧਰ ਹੀ ਸੀਗਾ ਬਠਿੰਡੇ, ਆਪਣਾ ਬਠਿੰਡੇ ਹੀ ਸੀਗੇ ਡਿਸਟ੍ਰਿਕਟ 'ਚ ਉਦੋਂ ਸੀਗੇ। ਹਾਂਜੀ, ਕਿੰਨੀ ਕੁ ਮਾਯੂਸੀ ਨਹੀਂ ਹੁੰਦੀ? ਤੁਸੀਂ 5 ਸਾਲ ਤੋਂ ਗੇਮ ਕਰ ਰਹੇ ਹੋ, ਤੁਹਾਡੇ ਮਾਤਾ ਜੀ ਵੇਚਦੇ ਹੋ, ਚਾਹ ਵੇਚ ਕੇ ਸਾਰੀ ਖਰਚਾ ਕਰਕੇ ਗੇਮ ਦੇ ਉੱਤੇ, ਪਰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ। ਬਸ ਸਾਨੂੰ ਆਪ ਨੂੰ ਕਰਨਾ ਪੈਂਦਾ, ਜਿਹੜਾ ਅਸੀਂ ਆਪ ਕਮਾਉਂਦੇ ਆ ਜਾਂ ਫਿਰ ਕੁਝ ਕਰਦੇ ਆ ਉਹਨਾਂ ਤੋਂ ਹੀ ਟੂਰਨਾਮੈਂਟ ਵਗੈਰਾ ਕਿ ਸਾਡੀ ਹੈਲਪ ਹੋ ਰਹੀ ਹੋਵੇ ਜਾਂ ਫਿਰ ਜਿਹੜੇ ਹੋਰ ਵੀ ਮੇਰੇ ਤੋਂ ਵੀ ਬਹੁਤ ਵਧੀਆ ਪਲੇਅਰ ਹੈਗੇ ਉਹਨਾਂ ਦੀ ਕੋਈ ਹੈਲਪ ਨਹੀਂ ਹੁੰਦੀ। ਫਿਰ ਬਾਕੀ ਮੇਰਾ ਦੁਨੀਆ 'ਚ ਨਹੀਂ ਹੈਗੇ। ਪਹਿਲਾਂ ਪਰਿਵਾਰ ਕਿਵੇਂ ਸੀ? ਪਹਿਲਾਂ ਹਾਲਾਤ? ਮੇਰੇ ਡੈਡੀ ਤਾਂ ਪਹਿਲਾਂ 8 ਸਾਲ ਤੋਂ ਪਹਿਲਾਂ ਦੋ ਮੰਜੇ ਤੇ ਸੀਗੇ, ਫਿਰ ਮੈਂ ਤੇ ਮੰਮੀ ਸਾਰਾ ਕੁਝ ਇੱਧਰ ਹੀ ਸਾਂਭਦੇ ਸੀਗੇ ਰੇੜੀ ਤੇ ਫਿਰ ਡੈਡੀ ਨੂੰ ਵੀ ਬਹੁਤ ਔਖਾ ਹੁੰਦਾ ਸੀ ਤੇ ਸਾਨੂੰ ਅਸੀਂ ਆਪ ਜਿਵੇਂ ਛੋਟੇ ਜਵਾਕਾਂ ਨੂੰ ਰੱਖਦੇ ਆ ਉਵੇਂ ਰੱਖਦੇ ਸੀਗੇ ਤੇ ਫਿਰ ਮੈਂ ਰੇੜੀ ਤੇ ਖੜਦੀ ਸੀ ਸਾਰਾ ਦਿਨ ਤੇ ਜਦੋਂ ਮੰਮੀ ਆਂਦੇ ਕਈ ਵਾਰੀ ਸਕੂਲ ਵੀ ਜਾਣਾ ਹੁੰਦਾ ਸੀ ਪਹਿਲਾਂ। ਹੁਣ ਤਾਂ ਮੈਂ BA ਕਰ ਰਹੀ ਹਾਂ ਤੇ ਹੁਣ ਕਰੋਨਾ ਕਰਕੇ ਤਾਂ ਕੋਈ ਕਾਲਜ ਸਟਾਰਟ ਵੀ ਨਹੀਂ ਹੋਏ ਇੰਨੇ। ਕੀਤੀ ਸੀ ਤੁਸੀਂ, ਮੈਡਲ ਜਿੱਤੇ ਸੀ, ਉਦੋਂ ਉਮੀਦ ਸੀ ਤੁਹਾਨੂੰ ਕਿ ਕੋਈ ਨਾ ਕੋਈ ਸਰਕਾਰ ਮਦਦ ਕਰੂਗੀ ਕਿਉਂਕਿ ਕੁੜੀਆਂ ਨੂੰ ਅੱਗੇ ਵਧਾਉਣ ਵਾਸਤੇ ਸਰਕਾਰ ਨੂੰ ਚਾਹੀਦਾ, ਉਦੋਂ ਉਮੀਦ? ਹਾਂਜੀ, ਇਹ ਤਾਂ ਹੈ। ਪਹਿਲਾਂ ਬਸ ਇਹੀ ਹੁੰਦਾ ਸੀ ਕਿ ਸਪੋਰਟਸ ਕੋਟੇ 'ਚ ਜਾ ਕੇ ਬਹੁਤ ਬੈਨੀਫਿਟ ਹੁੰਦਾ ਹੈ, ਸਰਕਾਰ ਵੱਲੋਂ ਬਹੁਤ ਹੈਲਪ
ਦਿੱਕਤ ਤਾਂ ਕੁਛ ਨਹੀਂ। ਹੁਣ ਫਿਰ ਜਿਹੜਾ ਗੇਮ ਤੁਸੀਂ ਕਿੰਨਾ ਟਾਈਮ ਕੱਢਦੇ ਹੋ, ਕਿਉਂਕਿ ਚਾਹ ਵੀ ਇੱਥੇ ਵੇਚਣੀ ਹੈ, ਪੈਸੇ ਵੀ ਇਕੱਠੇ ਕਰਨੇ ਆ, ਹੁਣ ਕਿੰਨਾ ਖਰਚਾ ਫਿਰ ਕਿਵੇਂ ਕੱਢ? ਹਾਂਜੀ ਹਾਂਜੀ, ਇੱਧਰੋਂ ਹੀ ਕੱਢਦੀ ਆ ਸਾਰਾ ਖਰਚਾ। ਟੂਰਨਾਮੈਂਟ 'ਚ ਜਾਣ ਵੀ ਬਹੁਤ ਖਰਚਾ ਹੁੰਦਾ, 3-4 ਹਜ਼ਾਰ ਤਾਂ ਲੱਗ ਹੀ ਜਾਂਦਾ, ਬਾਹਰ ਜਾਂਦੇ ਆ ਕਿਤੇ ਵੀ ਜਾਂਦੇ ਆ। ਫਿਰ ਸਾਰਾ ਕੁਝ ਰੇਡੀ ਤੋਂ ਹੀ ਕਰਦੇ ਆ, ਕਿਉਂਕਿ ਹੋਰ ਤਾਂ ਹੈ ਨਹੀਂ ਕੋਈ ਕਿ ਦਵੇ ਜਾਂ ਫਿਰ ਕਿਤੇ ਹੋਰ ਕੋਈ ਸਾਧਨ ਹੋਵੇ, ਬਸ ਰੇਡੀ। ਤੇ ਤੁਹਾਡੀ ਮੰਮੀ ਦੀ ਕਿੰਨੀ ਸਪੋਰਟ ਹੈ ਪਰਿਵਾਰ ਦੀ, ਕੌਣ ਕੌਣ ਹੈ ਪਰਿਵਾਰ 'ਚ? ਪਰਿਵਾਰ 'ਚ ਮੇਰਾ ਭਰਾ ਹੈਗਾ, ਭਾਬੀ ਹੈ ਤੇ ਉਹਨਾਂ ਦੀ ਬੇਟੀ ਦੇਖਣੀ ਹੈ। ਤੇ ਹੁਣ ਤਾਂ ਪਹਿਲਾਂ ਡੈਡੀ ਸੀਗੇ, ਹੁਣ ਤਾਂ ਮੈਂ ਤੇ ਮੰਮੀ ਰਹਿੰਦੇ ਆ ਬਸ। ਬਾਕੀ ਫੈਮਿਲੀ ਸਾਡੀ ਭਰਾ ਭਾਬੀ ਸਾਰੇ ਆਪਣਾ ਘਰ ਦੇਖਦੇ। ਜ਼ਿਲ੍ਹਾ ਪ੍ਰਸ਼ਾਸਨ ਕੋਈ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਆਈ ਹੈ ਹੁਣੇ ਤੱਕ ਤਾਂ ਨਹੀਂ ਆਈ। ਨਹੀਂ, ਤੁਹਾਡਾ, ਕਿਉਂਕਿ ਬੜੀ ਗਰੀਬੀ 'ਚ ਤੁਹਾਡਾ ਪਰਿਵਾਰ ਹੈਗਾ ਹੈ, ਬੜੀ ਮਿਹਨਤ ਤੁਸੀਂ ਕਰ ਰਹੇ ਹੋ, ਕੀ ਮੇਰਾ ਸੁਪਨਾ ਹੈਗਾ ਕਿ ਮੈਂ ਵਧੀਆ ਸਟੈਂਡ ਹੋ ਜਾ ਤੇ ਕੋਈ ਵਧੀਆ ਪਰ ਪਹਿਲਾਂ ਮੈਨੂੰ ਆਰਮੀ 'ਚ ਜਾਣ ਦਾ ਬਹੁਤ ਸ਼ੌਕ ਸੀਗਾ ਵੀ ਮੈਂ ਆਰਮੀ 'ਚ ਜਾਵਾਂ, ਬਟ ਕਈ ਮੰਮੀ ਕਹਿੰਦੇ ਕਿ ਨਹੀਂ ਆਰਮੀ 'ਚ ਮਤਲਬ ਬਹੁਤ ਔਖਾ ਹੁੰਦਾ। ਫਿਰ ਉਸ ਤੋਂ ਇਹ ਹੈ ਕਿ ਕੋਈ ਵਧੀਆ ਜੋਬ ਕਰਾ ਜਾਂ ਫਿਰ ਗਵਰਨਮੈਂਟ ਜੋਬ ਲੱਗ ਜੇ, ਵਧੀਆ ਹੋਊਗਾ, ਆਰਾਮ ਨਾਲ ਰਹਿ ਲੂੰਗੀ, ਮੰਮੀ ਵੀ ਰਹਿ ਲੈਣਗੇ, ਕਿਉਂਕਿ ਮੰਮੀ ਦਾ ਸਾਰਾ ਕੁਝ ਮੇਰੇ ਤੇ ਹੈ ਵੀ ਮੈਂ ਹੀ ਮੰਮੀ ਨੂੰ ਸਾਂਭਣਾ, ਕਿਉਂਕਿ ਹੁਣ ਤਾਂ ਇਕੱਲੀ ਮੈਂ ਹੀ ਰਹਿ ਗਈ। ਪ੍ਰੈਕਟਿਸ ਜਿਹੜੇ ਕਰਦੇ ਹੋ ਕਿੰਨੇ ਘੰਟੇ ਰੋਜ਼ ਪ੍ਰੈਕਟਿਸ ਕਰਨੀ ਪੈਂਦੀ? 3 ਤੋਂ 4:30 ਮੈਂ ਪ੍ਰੈਕਟਿਸ ਕਰਦੀ ਆ ਅਕੈਡਮੀ 'ਚ। ਅਕੈਡਮੀ 'ਚ ਸੰਨੀ ਸਰ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਨੇ ਤੇ ਪੂਰਾ ਐਵੇਂ ਕਰਾਉਂਦੇ ਆ ਕਿ ਵਧੀਆ ਸਾਰੇ ਜਵਾਕ ਜਿੰਨੇ ਵੀ ਹੁੰਦੇ ਆ ਨਾ ਵਧੀਆ ਪ੍ਰੈਕਟਿਸ ਕਰਾਉਂਦੇ ਨੇ, ਤਾਂ ਜੋ ਬੱਚਾ ਅੱਗੇ ਫਿਊਚਰ 'ਚ ਵਧੀਆ ਪੰਜਾਬ ਦੀ ਸਰਕਾਰ ਤੋਂ ਕੀ ਮੰਗ ਆ ਤੁਹਾਡੀ? ਪੰਜਾਬ ਕੋਈ ਜਾਂ ਫਿਰ ਅੱਗੇ ਮੈਡਲ ਲੈ ਕੇ ਆ ਰਹੀ ਹੈ ਤਾਂ ਉਹ ਵੀ ਥੋੜਾ ਸਾਥ ਦੇਣ ਕਿ ਅੱਗੇ ਕੁੜੀ ਹੋਰ ਹੌਸਲਾ ਰੱਖੇ, ਤਾਂ ਜੋ ਕਰ ਸਕੇ। ਦੇਖਦੇ ਹੋਏ ਵੀ ਉਹਦਾ ਸੁਪਨਾ ਹੀ ਟੁੱਟ ਜੇ, ਸਰਕਾਰ ਨੂੰ ਵੀ ਹੈਲਪ ਕਰਨੀ ਚਾਹੀਦੀ ਹੈ ਇਹ 'ਚ। ਇਹ ਜਿਸ ਜਗ੍ਹਾ ਤੇ ਅਸੀਂ ਮੌਜੂਦ ਹੈ, ਇਸੇ ਰੇੜੀ ਦੇ ਉੱਤੇ ਹੀ ਇਹ ਨਿਸ਼ਾ ਨੇ ਸਾਰੀ ਇਹਦੀ ਮਾਤਾ ਜੀ ਨੇ ਜਿਹੜੀ ਟਾਈਕਵਾਂਡੋ ਦੀ ਟ੍ਰੇਨਿੰਗ ਜਿਹੜੀ ਕਰਵਾਈ ਹੈ। ਤੁਹਾਡੀ ਬੱਚੀ ਨੂੰ ਬਹੁਤ ਸ਼ੌਂਕ ਹੈ ਟਾਈਕਵਾਂਡੋ ਦਾ, ਕੋਈ ਮਿਲਿਆ ਸਰਕਾਰ ਵੱਲੋਂ? ना से है और कोई कमिश्नर है, कोई किसी से हेल्प नहीं मिला, ना ऊपर से ना यहाँ वाला। ਕਿੰਨਾ ਟਾਈਮ ਤੁਹਾਡੇ ਨਾਲ ਕਰਦੀ ਹੈ? चाय के समझ लो कि अब सवेरे ये रहती है, उसके बाद फिर रोटी खा के मैं आ जाती ਜਦੋਂ ਗੇਮ ਸ਼ੁਰੂ ਕੀਤੀ ਸੀ ਉਦੋਂ ਕਿੰਨੀ ਕੁ ਤੁਹਾਡੀ ਉਮੀਦਾਂ ਕਿੰਨੀਆਂ ਸੀ ਵੀ ਸਰਕਾਰ ਦਊਗੀ ਕੋ? हूँ। तो आपको पता ही है चाय और काम भी करे, अब मान लो गेम में है, नौकरी के चांस बन जाए तो वो भी अच्छा ही है, जो सरकार मदद करेगी तो हो भी जाए। काफी तंग ले रहे हैं। तंगी तो पूछो ना कि अब क्या बताएं, जो है अब है ही है जो तंगी, तो वो वैसे भी आप ही देख रहे हो। अब मान लो भी खड़ जाती है, मेरा भी नहाना धोना इसका भी करना सारा है। हाँ सारा कमाई है, मान लो जैसे कई बार के कर देती हूँ, फिर उसके बाद उनको धीरे धीरे निकाल के देती रहती हूँ। ਤੁਸੀਂ ਪੂਰੀ ਸਪੋर्ट ਕਰਦੇ ਹੋ? हाँ जी हाँ जी हाँ, मेरे पूरी सपोर्ट है कि लास्ट में बन जाए तो ज़्यादा अच्छा है। ਲੱਗਦਾ ਤੁਹਾਨੂੰ ਸਰਕਾਰ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਇਹਨਾਂ ਬੱਚਿਆਂ ਵਾਸਤੇ, ਕਿਉਂਕਿ ਕਾਫੀ बार तो हो गया ये चीज़ जो तुम कर रहे हो, अब आगे देख के हो सकता है कर दे, पर भी हाँ बस हाँ जी हाँ जी हाँ जी हाँ गेम तो मैं इसको करवाऊंगी। और फार्म अभी तो इसकी उम्र भी नहीं है, 17 जा रही है, फिर फार्म भरवाऊंगी, जो दफ्तर है अप्लाईमेंट में नाम भी दर्ज करवा दूंगी, कहते हैं उसमें करवा दो तो हो जाता है। ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਚਾਹੀਦਾ ਕਿ ਇਸ ਜਿਸ ਤਰੀਕੇ ਦੀ ਫੈਮਿਲੀ ਹੈਗੀ ਤੁਹਾਡੀ ਕਾਫੀ ਜ਼ਰੂਰਤਮੰਦ ਹੈ, ਪਹਿਲ ਦੇ ਆਧਾਰ ਤੇ ਨੌਕਰੀਆਂ ਜੇਕਰ ਇਹਨਾਂ ਬੱਚਿਆਂ ਨੂੰ ਮਿਲੂਗੀ ਤਾਂ ਹੋਰ ਵੀ ਬੱਚੇ ਵੱਧ ਗੇਮਾਂ ਜਾਣ। हाँ नौकरी मिलेगी तो और भी बच्चे बढ़ेंगे और खेलेंगे गेम भी, कि चलो सरकार अपना कुछ सहारा करती है, तो सहारा मिलेगा तो हर एक बच्चे के मन में ये होता है कि हाँ चलो गवर्नमेंट अपना कुछ करती है हमारे लिए, तो फिर बच्चे तो आगे बढ़ेंगे और भी तैयार हो जाएंगे, 2-4 जिसका जिसका शौक है वो तो जाएगा। ਜੀ ਬਿਲਕੁਲ, ਇਹ ਬਠਿੰਡਾ ਦੀ ਧੀ ਹੈ ਇਹ ਨਿਸ਼ਾ, ਜਿਹਦੀ ਤੁਹਾਨੂੰ ਕਹਾਣੀ ਦਿਖਾਈ ਹੈ ਅਸੀਂ। ਚਾਹ ਦੀ ਰੇੜੀ ਦੇ ਉੱਤੇ ਰੋਜ਼ ਚਾਹ ਵੇਚਦੀ ਹੈ, ਸ਼ਾਮ ਨੂੰ ਪ੍ਰੈਕਟਿਸ ਕਰਦੀ ਹੈ, ਟਾਈਕਵਾਂਡੋ ਦੀ ਨੈਸ਼ਨਲ ਪਲੇਅਰ ਹੈਗੀ ਹੈ। ਪਰ ਪੰਜਾਬ ਦੀ ਸਰਕਾਰ ਨੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਇਹਨਾਂ ਨੂੰ ਨਹੀਂ ਦਿੱਤੀ। ਪਰ ਇਹਦੇ ਮਾਤਾ ਜੀ ਦਾ ਸੁਪਨਾ ਹੈ ਇਹਨਾਂ ਦੀ ਕਿ ਜਦੋਂ ਤੱਕ ਇਹ ਖੇਡੂਗੀ ਉਹ ਜਿੰਨੀ ਕੋਸ਼ਿਸ਼ ਹੈਗੀ ਹੈ, ਜਿੰਨਾ ਖਰਚਾ ਹੋਊਗਾ ਉਹ ਕਰਨਗੇ। ਪਰ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੀ ਬੱਚੀਆਂ ਦੀ ਵੱਧ ਤੋਂ ਵੱਧ ਤੇ ਪਹਿਲ ਦੇ ਆਧਾਰ ਦੇ ਉੱਤੇ ਮਦਦ ਕਰਨੀ ਚਾਹੀਦੀ ਹੈ, ਜਿਹੜੀਆਂ ਇਸ ਹਾਲਾਤਾਂ ਦੇ ਵਿੱਚ ਵੀ ਗੇਮ ਦੇ ਵੀ ਚੰਗੀਆਂ ਮੱਲਾਂ ਮਾਰੇ ਤੇ ਪੰਜਾਬ ਤੇ ਬਠਿੰਡਾ ਦਾ ਨਾਂ ਜਿਹੜਾ ਰੌਸ਼ਨ ਕਰ ਰਹੀਆਂ ਨੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।